ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸਾਂ ਪ੍ਰਦੇਸਾਂ ਵਿੱਚ ਵਸ ਰਹੀ ਸਮੂਹ ਗੁਰੂ ਪਿਆਰੀ ਸਾਧ ਸੰਗਤ ਜੀ, ਉਮੀਦ ਹੈ ਆਪ ਸਰਬੱਤ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਹਿਲਾ ਪ੍ਰਕਾਸ਼ ਪੁਰਬ ਬੜੇ ਚਾਅ ਉਤਸ਼ਾਹ ਤੇ ਸ਼ਰਧਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਹੋਵੋਗੇ। ਪਰ ਸਾਧ ਸੰਗਤ ਜੀ, ਇੱਕ ਸਵਾਲ ਸਾਡੇ ਸਾਹਮਣੇ ਹੈ ਕਿ ਕੀ ਅਸੀਂ ਆਪਣੇ ਇਸ ਇਤਿਹਾਸ ਤੋਂ ਜਾਣੂ ਹਾਂ ਕਿ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦੀ ਸੰਪਾਦਨਾ ਕਿਉਂ ਅਤੇ ਕਿਸ ਢੰਗ ਦੇ ਨਾਲ ਕਰਵਾਈ। ਆਪ ਜੀ ਜਾਣਦੇ ਹੀ ਹੋ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਬਹੁਤ ਜ਼ਿਆਦਾ ਉਦਮ ਉਪਰਾਲਾ ਕਰਕੇ ਮਿਹਨਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੀ ਲਿਖਾਈ ਸੰਪੂਰਨ ਕੀਤੀ ਸੀ। ਜੇ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫੁੱਲੀਏ ਤਾਂ ਪਹਿਲੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੀ ਗੁਰਬਾਣੀ ਦੀ ਸੰਪਾਦਨਾ ਦਾ ਜਿਹੜਾ ਕਾਰਜ ਹੈ ਉਹਦੀ ਨੀਂਹ ਰੱਖ ਦਿੱਤੀ ਸੀ। ਇਤਿਹਾਸਕਾਰਾਂ ਦੇ ਕਥਨ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਸਿਰਫ ਬਾਣੀ ਉਚਾਰਦੇ ਹੀ ਨਹੀਂ ਸਨ, ਬਲਕਿ ਜੋ ਗੁਰਬਾਣੀ ਸਤਿਗੁਰੂ ਜੀ ਉਚਾਰਦੇ ਸਨ ਉਸ ਨੂੰ ਪੋਥੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨਾਲ ਲਿਖਿਆ ਵੀ ਕਰਦੇ ਸੀ। ਇਸ ਤੋਂ ਇਲਾਵਾ ਜਦੋਂ ਗੁਰੂ ਪਾਤਸ਼ਾਹ ਜੀ ਉਦਾਸੀਆਂ ਤੇ ਗਏ, ਭਾਵ ਕਿ ਪ੍ਰਚਾਰ ਕਰਨ ਵਾਸਤੇ ਮਹਾਰਾਜ ਗਏ, ਤਾਂ ਇਤਿਹਾਸ ਮੁਤਾਬਕ ਆਪਣੀ ਪਹਿਲੀ ਉਦਾਸੀ ਦੇ ਸਮੇਂ ਮਹਾਰਾਜ ਜੀ ਨੇ 15 ਭਗਤਾਂ ਦੀ ਬਾਣੀ ਇਕੱਤਰ ਕੀਤੀ ਅਤੇ ਉਸ ਬਾਣੀ ਨੂੰ ਆਪਣੀਆਂ ਬਾਣੀ ਦੀਆਂ ਪੋਥੀਆਂ ਦੇ ਵਿੱਚ ਲਿਖ ਲਿਆ ਸੀ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣ ਲੱਗਿਆ ਗੁਰਬਾਣੀ ਦੀਆਂ ਇਹ ਪੋਥੀਆਂ ਸਮੇਤ ਆਪਣੀ ਬਾਣੀ ਅਤੇ ਭਗਤਾਂ ਦੀ ਬਾਣੀ ਦੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸਮੁੱਚੀ ਬਾਣੀ ਸੌਂਪ ਦਿੱਤੀ ਅਤੇ ਜ਼ਿੰਮੇਵਾਰੀ ਉਹਨਾਂ ਨੂੰ ਦੇ ਦਿੱਤੀ ਕਿ ਇਸ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਉਹਨਾਂ ਨੇ ਕਰਨਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾ, ਉੱਥੇ ਨਾਲ ਹੀ ਉਹਨਾਂ ਨੇ ਆਪਣੇ ਵੱਲੋਂ ਵੀ ਬਾਣੀ ਉਚਾਰਨ ਕੀਤੀ ਤੇ ਉਹਨਾਂ ਪੋਥੀਆਂ ਦੇ ਵਿੱਚ ਆਪਣੀ ਬਾਣੀ ਨੂੰ ਦਰਜ ਕੀਤਾ। ਗੁਰੂ ਅੰਗਦ ਸਾਹਿਬ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਸਮੁੱਚਾ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਨੂੰ ਸੌਂਪਿਆ। ਗੁਰੂ ਅਮਰਦਾਸ ਜੀ ਨੇ ਆਪਣੇ ਸਮੇਂ ਬਾਣੀ ਉਚਾਰਨ ਕੀਤੀ, ਗੁਰੂ ਰਾਮਦਾਸ ਜੀ ਨੇ ਆਪਣੇ ਵਕਤ, ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵਕਤ, ਤੇ ਇਸ ਤਰ੍ਹਾਂ ਪਹਿਲੇ ਪਾਤਸ਼ਾਹ ਤੋਂ ਦੂਜੇ ਪਾਤਸ਼ਾਹ, ਦੂਜੇ ਤੋਂ ਤੀਜੇ ਸਤਿਗੁਰੂ, ਤੀਜੇ ਸਤਿਗੁਰੂ ਤੋਂ ਚੌਥੇ ਸਤਿਗੁਰੂ ਤੇ ਚੌਥੇ ਪਾਤਸ਼ਾਹ ਤੋਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਤੱਕ ਇਹ ਸਮੁੱਚਾ ਗੁਰਬਾਣੀ ਦਾ ਖਜ਼ਾਨਾ ਪਹੁੰਚ ਚੁੱਕਾ ਸੀ। ਇਸ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਬਾਣੀ ਉਚਾਰਨ ਕੀਤੀ ਅਤੇ ਨਾਲ ਹੀ 11 ਭੱਟਾਂ ਨੇ ਵੀ ਆਪਣੀ ਬਾਣੀ ਉਚਾਰਨ ਕੀਤੀ। ਸੋ ਕੁੱਲ ਮਿਲਾ ਕੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਉਹਨਾਂ ਦੀ ਬਾਣੀ ਸਮੇਤ 33 ਹੋਰ ਮਹਾਂਪੁਰਸ਼ਾਂ ਦੇ ਬਚਨ ਪਹੁੰਚ ਚੁੱਕੇ ਸਨ। ਸੋ ਮਹਾਰਾਜ ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਿਉਂਕਿ ਸਤਿਗੁਰੂ ਦੇ ਕੋਲ ਸ਼ਿਕਾਇਤਾਂ ਵੀ ਪਹੁੰਚ ਰਹੀਆਂ ਸਨ ਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਅਤੇ ਮਿਹਰਬਾਨ ਦਾ ਪੁੱਤਰ ਹਰਜੀ ਉਹ ਸੱਚੀ ਬਾਣੀ ਦੇ ਮੁਕਾਬਲੇ ਤੇ ਕੱਚੀ ਬਾਣੀ ਲਿਖਣ ਲੱਗ ਪਏ ਸਨ। ਉਹਨਾਂ ਨੇ ਇੱਕ ਚਾਲ ਚੱਲੀ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲ ਗਈ, ਪ੍ਰਿਥੀ ਚੰਦ ਨੂੰ ਗੁਰਤਾ ਗੱਦੀ ਨਹੀਂ ਮਿਲੀ ਸੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਅੱਗੋਂ ਮਿਲ ਜਾਣੀ ਸੀ। ਇਸ ਗੱਲ ਦੀ ਉਮੀਦ ਵੀ ਉਹਨਾਂ ਨੂੰ ਦੱਸਣ ਲੱਗ ਪਈ ਸੀ। ਤਾਂ ਉਹਨਾਂ ਨੇ ਵਿਚਾਰ ਕੀਤੀ ਕਿ ਆਪਣੇ ਆਪ ਨੂੰ ਗੁਰੂ ਅਖਵਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਸੀਂ ਸੱਚੀ ਬਾਣੀ ਦੇ ਮੁਕਾਬਲੇ ਤੇ ਕੱਚੀ ਬਾਣੀ ਲਿਖੀਏ। ਤਾਂ ਜਦੋਂ ਕੱਚੀ ਬਾਣੀ ਲਿਖਦੇ ਸਨ ਤੇ ਨਾਨਕ ਨਾਮ ਦੇ ਉੱਪਰ ਸ਼ਬਦਾਂ ਦੀ ਸਮਾਪਤੀ ਕਰਿਆ ਕਰਦੇ ਸੀ। ਸੰਗਤ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਨਕਲੀ ਬਾਣੀ ਉਚਾਰਨ ਕੀਤੀ ਜਾ ਰਹੀ ਹੈ, ਸਾਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਹੈ। ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਕਿਉਂ ਨਾ ਗੁਰਬਾਣੀ ਦਾ ਪੂਰਾ ਸੰਗ੍ਰਹਿ ਇੱਕ ਜਗ੍ਹਾ ਤੇ ਇਕੱਤਰ ਕੀਤਾ ਜਾਏ, ਸਾਰੀਆਂ ਸੰਗਤਾਂ ਉਸ ਬਾਣੀ ਨੂੰ ਪੜ੍ਹਨ ਤਾਂ ਕਿ ਸੱਚੀ ਬਾਣੀ ਅਲੱਗ ਤੇ ਕੱਚੀ ਬਾਣੀ ਅਲੱਗ ਹੋ ਜਾਏ ਤੇ ਕਿਸੇ ਵੀ ਪ੍ਰਕਾਰ ਦਾ ਸੰਗਤ ਨੂੰ ਕੋਈ ਭੁਲੇਖਾ ਨਾ ਰਹੇ। ਤੇ ਨਾਲੇ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੀ ਤਿਆਰੀ ਵੀ ਕਰਨੀ ਸੀ। ਉਹਨਾਂ ਨੇ ਦੇਹ ਨੂੰ ਇੱਕ ਪਾਸੇ ਕਰਕੇ ਤੇ ਸੰਗਤ ਨੂੰ ਜੋ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਸ਼ਬਦ ਦੇ ਨਾਲ ਜੋੜਦੇ ਆ ਰਹੇ ਸੀ, ਅਖੀਰ ਪੱਕੇ ਤੌਰ ਤੇ ਸ਼ਬਦ ਨਾਲ ਜੋੜ ਕੇ ਇਸ ਗੱਲ ਤੇ ਮੋਹਰ ਲਾਉਣੀ ਸੀ ਕਿ ਤੁਸੀਂ ਗੁਰਬਾਣੀ ਨੂੰ ਹੀ ਆਪਣਾ ਗੁਰੂ ਸਵੀਕਾਰਨਾ ਹੈ। ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਤਕਰੀਬਨ 1 ਸਾਲ ਦਾ ਸਮਾਂ ਲਗਾ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਇੱਕ ਸਰੂਪ ਦੇ ਵਿੱਚ ਦਰਜ ਕਰਵਾਈ। ਬਾਣੀ ਦੀ ਸੰਪਾਦਨਾ ਹੋਈ ਤੇ ਅਖੀਰ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਲਗਾ ਕੇ ਮਹਾਰਾਜ ਸਤਿਗੁਰੂ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਪਹਿਲੀ ਦਫਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ। ਸਾਧ ਸੰਗਤ, ਸਾਨੂੰ ਆਪਣੇ ਸਤਿਗੁਰੂ ਦੀ ਸੋਚ ਤੇ ਮਾਣ ਹੋਣਾ ਚਾਹੀਦਾ ਹੈ। ਦੁਨੀਆ ਤੇ ਗ੍ਰੰਥ ਬਹੁਤ ਨੇ
पर जैसा रुतबा जैसी महानता धन गुरु ग्रंथ साहिब महाराज जी ਨੂੰ ਪ੍ਰਾਪਤ ਹੈ, वैसा रुतबा ਤੇ महानता ਕਿਸੇ ਵੀ ਹੋਰ ਗ੍ਰੰਥ ਦੇ ਕੋਲ ਨਹੀਂ। ਦੁਨੀਆ 'ਚ ਧਰਮ ਗ੍ਰੰਥ ਬਹੁਤ ਨੇ, ਪਰ ਗੁਰੂ ਕੇਵਲ ਔਰ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੀ ਸਵੀਕਾਰਿਆ ਜਾਂਦਾ ਹੈ। ਧਰਮ ਗ੍ਰੰਥ ਬਹੁਤ ਨੇ, ਪਰ ਹੁਕਮਨਾਮਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਲਿਆ ਜਾਂਦਾ ਹੈ। ਗ੍ਰੰਥ ਹੋਰ ਸੰਸਾਰ ਤੇ ਬਹੁਤ ਨੇ, ਪਰ ਚੌਰ ਸਾਹਿਬ ਦੀ ਸੇਵਾ, ਪ੍ਰਕਾਸ਼ ਕਰਨ ਦੀ ਸੇਵਾ, ਸੁਖ ਆਸਣ ਦੀ ਸੇਵਾ, ਇਹ ਸਾਰੀਆਂ ਚੀਜ਼ਾਂ ਕੇਵਲ ਔਰ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸੰਬੰਧਿਤ ਹਨ। ਔਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਤੇ ਪਾਤਸ਼ਾਹ ਦੇ ਪਾਤਸ਼ਾਹ ਮੰਨਦੇ ਹਾਂ। ਪਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹੁਣ ਦੇ ਸਮੇਂ ਦੇ ਵਿੱਚ ਅਸੀਂ ਸਤਿਗੁਰੂ ਜੀ ਦੀ ਬਾਣੀ ਤੋਂ ਕੋਹਾਂ ਦੂਰ ਜਾ ਚੁੱਕੇ ਹਾਂ। ਭਾਵੇਂ ਅਸੀਂ ਮੱਥਾ ਵੀ ਟੇਕਦੇ ਹਾਂ, ਪਰਿਕਰਮਾ ਵੀ ਕਰਨੇ ਆ, ਗੁਰੂ ਸਾਹਿਬ ਦੇ ਕੋਲ ਵੀ ਬਹਿੰਦੇ ਹਾਂ, ਪਰ ਸੱਚ ਇਹ ਹੈ ਸਾਡੇ ਅੰਦਰ ਸਤਿਗੁਰੂ ਦੇ ਸ਼ਬਦ ਦਾ ਅੱਜ ਭੈ ਨਹੀਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਹਮੇਸ਼ਾ ਯਾਦ ਰੱਖੀਏ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਸ਼ਬਦ ਹੀ ਸੰਸਾਰ ਦਾ ਗੁਰੂ ਹੈ, ਤੇ ਸ਼ਬਦ ਤੋਂ ਬਿਨਾ, ਬਾਣੀ ਤੋਂ ਬਿਨਾ, ਉਪਦੇਸ਼ਾਂ ਤੋਂ ਬਿਨਾ ਮਨੁੱਖ ਦਾ ਜੀਵਨ ਕਮਲਿਆਂ ਵਰਗਾ ਹੋ ਜਾਂਦਾ ਹੈ। ਜੇ ਅਸੀਂ ਸੱਚੇ ਸਿੱਖ ਬਣਨਾ ਚਾਹੁੰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿਲੋਂ ਸਤਿਕਾਰ ਕਰੀਏ। ਐਸਾ ਨਾ ਹੋਵੇ ਘਰ ਦੇ ਵਿੱਚ ਅਖੰਡ ਪਾਠ ਰਖਾ ਲਿਆ, ਪਾਠੀ ਇਕੱਲੇ ਪਾਠ ਕਰੀ ਜਾ ਰਹੇ ਨੇ ਔਰ ਅਸੀਂ ਕੋਲ ਬਹਿ ਕੇ ਪਾਠ ਸੁਣੀਏ ਵੀ ਨਾ, ਤਾਂ ਇਹਦਾ ਮਤਲਬ ਅਸੀਂ ਘੋਰ ਬੇਅਦਬੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਰ ਰਹੇ ਹਾਂ। ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ, ਪਰ ਕਿਉਂਕਿ ਵਕਤ ਥੋੜ੍ਹਾ ਹੈ ਤੇ ਸੀਮਤ ਸਮੇਂ ਵਿੱਚ ਆਪਾਂ ਸੀਮਤ ਗੱਲ ਕਰਨੀ ਹੈ। ਮੌਜੂਦਾ ਸਮੇਂ ਦੇ ਵਿੱਚ ਬਾਹਰੀ ਸਤਿਕਾਰ ਅਸੀਂ ਰੁਮਾਲੇ ਦੇ ਕੇ ਕਰਦੇ ਹਾਂ ਵੀ ਮਹਾਰਾਜ ਨੂੰ ਵਧੀਆ ਤੋਂ ਵਧੀਆ ਰੁਮਾਲਾ ਦਈਏ, ਸੋਨੇ ਦੀ ਪਾਲਕੀ, ਸੋਨੇ ਦਾ ਚੌਰ। ਗੁਰੂ ਸਾਹਿਬ ਜੀ ਨੇ ਕੋਈ ਸੋਨੇ ਦੀ ਪਾਲਕੀ ਤਿਆਰ ਨਹੀਂ ਸੀ ਕਰਵਾਈ, ਉਹਨਾਂ ਨੇ ਕੋਈ ਸੋਨੇ ਦਾ ਚੌਰ ਸਾਹਿਬ ਤਿਆਰ ਨਹੀਂ ਸੀ ਕਰਵਾਇਆ। ਔਰ ਹਰੇਕ ਗਰੀਬ ਸਿੱਖ ਇੰਨੀਆਂ ਵੱਡੀਆਂ ਵੱਡੀਆਂ ਭੇਟਾਵਾਂ ਗੁਰੂ ਨੂੰ ਨਹੀਂ ਦੇ ਸਕਦਾ ਹੈ। ਅਸੀਂ ਬਾਹਰੀ ਸਤਿਕਾਰ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰੂਨੀ ਤੇ ਆਤਮਿਕ ਸਤਿਕਾਰ ਕਰਨਾ ਸ਼ੁਰੂ ਕਰੀਏ। ਆਤਮਿਕ ਸਤਿਕਾਰ ਗੁਰੂ ਦਾ ਭਾਈ ਲਾਲੋ ਵਰਗੇ ਸਿੱਖ ਵੀ ਕਰ ਸਕਦੇ ਨੇ, ਜਿਨ੍ਹਾਂ ਦੇ ਕੋਲ ਚਾਹੇ ਦੇਣ ਵਾਸਤੇ ਵੱਡੀਆਂ ਭੇਟਾਵਾਂ ਨਹੀਂ, ਪਰ ਉਹ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪਣਾ ਜੀਵਨ ਆਪਣੇ ਗੁਰੂ ਦੇ ਲੇਖੇ ਲਾਉਣ। ਆਓ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਗੁਰੂ ਕੀ ਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ, ਸਤਿਗੁਰੂ ਦਾ ਮਾਣ ਤੇ ਸਤਿਕਾਰ ਆਤਮਿਕ ਤੌਰ ਤੇ ਕਰੀਏ, ਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।